गुरमुख बेणी भगत कर जाय एकांत बह लिव लाव कर्म करै अध्यात्मी होर किसै न अजर लखाव कर आया जां पुछिए राज द्वार गया आलाव कर सब वथू मंगियन वल छल कर झत लंघावै ਵੱਡਾ ਸਾਂਗ ਵਰਤ ਦਾ ਉਹ ਇੱਕ ਮਨ ਪਰਮੇਸ਼ਰ ਧਿਆਵੈ ਪੈਜ ਸਵਾਰੈ ਭਗਤ ਦੀ ਰਾਜਾ ਹੋਏ ਕੈ ਘਰ ਚੱਲ ਆਵੈ ਦੇ ਦਿਲਾਸਾ ਤੁਸਕ ਅਣਗਣਤੀ ਖਰਚੀ ਪਹੁੰਚਾਵੈ ਉਥੋਂ ਆਇਆ ਭਗਤ ਪਾਸ ਹੋਏ ਦਇਆਲ ਹੇਤ ਉਪਜਾਵੈ ਭਗਤ ਜਨਾ ਜੈਕਾਰ ਕਰਾਵੈ ਗੁਰਮੁਖ ਬੇਣੀ ਭਗਤ ਕਰ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 10ਵੀਂ ਵਾਰ ਭਾਈ ਗੁਰਦਾਸ ਸਾਹਿਬ ਜੀ ਭਗਤਾਂ ਦਾ ਪੁਰਾਣਿਆਂ ਦਾ ਜ਼ਿਕਰ ਕਰ ਰਹੇ ਹਨ। ਜਿਵੇਂ ਬੇਣੀ ਕੋ ਗੁਰ ਕੀਓ ਪ੍ਰਗਾਸ ਰੇ ਮਨ ਤੂੰ ਪੀਹੋ ਦਾਸ। ਉਹ ਬੇਣੀ ਭਗਤ ਦੀ ਜਿਵੇਂ ਮਹਾਰਾਜ ਸਾਹਿਬ ਜੀ ਨੇ ਰੱਖਿਆ ਕੀਤੀ ਹੈ, ਉਸ ਪ੍ਰਸੰਗ ਨੂੰ ਭਾਈ ਸਾਹਿਬ ਜੀ ਸਵਾਈਆਂ ਤੁਕਾਂ ਰਚ ਕਰਕੇ ਦੱਸਦੇ ਹਨ। ਵਾਹਿਗੁਰੂ ਸਾਹਿਬ ਜੀਓ ਗੁਰਮੁਖ ਬੇਣੀ ਭਗਤ ਕਰ। ਗੁਰਮੁਖ ਪਿਆਰੇ ਭਗਤ ਬੇਣੀ ਜੀ ਸਨ ਸੱਚੇ ਪਾਤਸ਼ਾਹ ਦੇ ਹਰ ਵਕਤ ਯੂਪੀ ਵਿੱਚ ਹੋਏ ਹਨ। ਮਹਾਂਪੁਰਖ ਪਰਮੇਸ਼ਰ ਦੀ ਭਗਤੀ ਕਰਿਆ ਕਰਦੇ। ਜਾਏ ਇਕਾਂਤ ਬਹਿ ਲਿਵ ਲਾਵੈ। ਇਕਾਂਤ ਜਗ੍ਹਾ 'ਚ ਜਾ ਕੇ ਬੈਠ ਜਾ ਕਰਦੇ। ਬਿਰਤੀ ਨੂੰ ਟਿਕਾ ਕੇ 10ਵੇਂ ਦੁਆਰ 'ਚ ਬੈਠ ਜਾਇਆ ਕਰਦੇ ਲਿਵ ਲਾ ਕੇ। ਕਰਮ ਕਰੈ ਅਧਿਆਤਮੀ। ਅਧਿਆਤਮੀ ਯੋਗਾ ਅਭਿਆਸ ਦਾ ਅਰਥ ਇੱਥੇ ਸਮਝਣਾ ਆਤਮਾ ਦੀ ਪ੍ਰਾਪਤੀ ਵਾਸਤੇ ਯੋਗਾ ਅਭਿਆਸ ਕਰਿਆ ਕਰਦੇ। ਹੋਰ ਕਿਸੈ ਨਾ ਅਜਰ ਲਖਾਵੈ। ਇਹ ਹਜ਼ਾਰ ਅਵਸਥਾ ਨੂੰ ਤ੍ਰਿਕੁਟੀ 'ਚ ਧਿਆਨ ਕਰਕੇ ਅੰਤਰਜਾਮੀ ਨੂੰ ਧਿਆਇਆ ਕਰਦਾ। ਹੋਰ ਕਿਸੇ ਨੂੰ ਹਜ਼ਾਰ ਅਵਸਥਾ ਇਹ ਜਣਾਉਂਦਾ ਨਹੀਂ ਸੀ। ਐਸਾ ਰਸ ਵਿੱਚ ਲੀਨ ਰਹਿੰਦਾ ਸੀ ਭਗਤ। ਘਰ ਆਇਆ ਜਾਂ ਪੁੱਛੀਐ। ਘਰ ਦੇ ਵਿੱਚ ਬਹੁਤ ਸਾਰੀ ਗਰੀਬੀ ਸੀ ਬੇਣੀ ਭਗਤ ਦੇ। ਜਦੋਂ ਘਰ ਆਉਂਦਾ ਸੀ ਉਸ ਵਕਤ ਪੁੱਛ ਗਿੱਛ ਕੀਤੀ ਜਾਂਦੀ ਸੀ ਕਿ ਮਹਾਰਾਜ ਆਪ ਕਿੱਥੋਂ ਆਏ ਹੋ, ਘਰ ਵਿੱਚ ਖਰਚ ਦੀ ਲੋੜ ਹੈ, ਕੋਈ ਖਰਚੀ ਲਿਆਓ। ਰਾਜ ਦੁਆਰ ਗਿਆ ਆਲਾਵੈ। ਭਗਤ ਜੀ ਟਾਲ ਮਟੋਲਾ ਕਰਕੇ ਕਿਆ ਕਰੇ, ਮੈਂ ਰਾਜ ਦੁਆਰ ਜਾ ਕੇ ਕਥਾ ਕਰਦਾ। ਉਂਝ ਉਜਾੜ ਜਾ ਕੇ ਮਹਾਰਾਜ ਦਾ ਭਜਨ ਕਰਦਾ ਰਹਿੰਦਾ ਸੀ। ਇਹ ਰਾਜੇ ਦੇ ਅੱਗੇ ਜਾ ਕੇ ਮੰਗਤਾ ਨਹੀਂ ਸੀ ਬਣਦਾ। ਜਾਂ ਜਿਵੇਂ ਹੋਰ ਵਿਦਵਾਨ ਲੋਕ ਕਥਾ ਕਰਕੇ ਮਾਇਆ ਲੈਂਦੇ ਹੈ, ਇਹ ਮਾਇਆ ਦੀ ਇੱਛਾ ਨਹੀਂ ਸੀ ਰੱਖਦਾ। ਵਾਹਿਗੁਰੂ ਦੀ ਰਜ਼ਾ ਵਿੱਚ ਚੱਲਦਾ ਸੀ ਪ੍ਰਸੰਨ ਹੋ ਕੇ। ਘਰ ਸਭ ਵਥੂ ਮੰਗੀਆਂ ਨਾ। ਇਉਂ ਘਰ 'ਚ ਸਾਰੀਆਂ ਚੀਜ਼ਾਂ ਦੀ ਮੰਗ ਹੁੰਦੀ ਸੀ, ਲੋੜ ਹੁੰਦੀ ਸੀ। ਵਲ ਛਲ ਕਰ ਝਤ ਲੰਘਾਵੈ। ਬਲ ਕਰਕੇ ਛਲ ਕਰਕੇ ਵਲ ਫਰੇਬ ਕਰਕੇ ਛਲ ਕਰਕੇ ਉਹ ਰਾਤ ਦਾ ਸਮਾਂ ਰਾਤ ਨੂੰ ਆ ਕੇ ਘਰ ਬਰਾਜਦਾ ਸੀ। ਆਪਦਾ ਝੱਟ ਟਾਈਮ ਲੰਘਾ ਲੈਂਦਾ ਸੀ। ਵੱਡਾ ਸਾਂਗ ਵਰਤ ਦਾ। ਦੇਖ ਲਓ ਇੰਨਾ ਵੱਡਾ ਸਾਗ, ਇੰਨੀ ਗਰੀਬੀ ਸੀ, ਘਰ 'ਚ ਕੋਈ ਚੀਜ਼ ਖਾਣ ਨੂੰ ਨਹੀਂ ਸੀ। ਭਗਤ ਬੇਣੀ ਦੇ ਘਰ ਲੜਕਾ ਪੈਦਾ ਹੋਇਆ, ਉਸ ਦਿਨ ਸੇਰ ਵੀ ਅੰਨ ਨਹੀਂ ਸੀ ਘਰ ਵਿੱਚ, ਇੰਨੀ ਗਰੀਬੀ ਸੀ। ਇਸ ਪ੍ਰਕਾਰ ਇਹ ਬੜਾ ਭਾਰੀ ਸਾਂਗ ਵਰਤ ਰਿਹਾ ਸੀ। ਬਹੁਤ ਗਰੀਬੀ ਦੀ ਹਾਲਤ ਸੀ ਬੇਣੀ ਭਗਤ ਦੇ ਘਰ 'ਚ। ਉਹ ਇੱਕ ਮਨ ਪਰਮੇਸ਼ਰ ਧਿਆਵੈ। ਪਰ ਭਾਈ ਬੇਣੀ ਜੀ ਜਿਹੜੇ ਸਨ ਇਹ ਚਿੱਤ ਨਹੀਂ ਸੀ ਡੋਲਦੇ ਗਰੀਬੀ ਵੇਖ ਕੇ। ਇੱਕ ਮਨ ਹੋ ਕੇ ਅੰਤਰਜਾਮੀ ਨੂੰ ਉਸੇ ਪ੍ਰਕਾਰ ਉਜਾੜ 'ਚ ਜਾ ਕੇ ਭਜਨ ਕਰਦੇ ਰਹਿਣਾ, ਧਿਆਉਂਦੇ ਰਹਿੰਦੇ। ਘਰ ਦੇ ਫਿਕਰ ਦਾ ਫਿਕਰ ਨਹੀਂ ਸਨ ਕਰਦੇ। ਪੈਜ ਸਵਾਰੈ ਭਗਤ ਦੀ। ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਭਗਤ ਦੇ ਘਰ ਪੁੱਤਰ ਜੰਮਿਆ, ਸੇਰ ਅੰਨ ਵੀ ਘਰ 'ਚ ਹੈ ਨਹੀਂ ਸੀ। ਖੰਡ ਤੇ ਹੋਰ ਘਿਓ ਆਦਿ ਕੀ ਹੋਣੇ ਸੀ ਵਰਤਣ ਵਾਸਤੇ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਰਾਜੇ ਦਾ ਇੱਕ ਦਾ ਰੂਪ ਧਾਰ ਲਿਆ। ਭਗਤ ਬੇਣੀ ਦੇ ਘਰ ਵਿੱਚ ਸੱਚੇ ਪਾਤਸ਼ਾਹ ਉਸ ਵੇਲੇ
ਇਹਦੀ ਪ੍ਰਤਿਗਿਆ ਪੈ ਸਵਾਰਨ ਵਾਸਤੇ ਆ ਗਏ। ਰਾਜਾ ਹੋਏ ਕੈ ਘਰ ਚੱਲ ਆਵੈ। ਰਾਜੇ ਦਾ ਰੂਪ ਧਾਰ ਕੇ ਵਾਹਿਗੁਰੂ ਘਰ ਵਿੱਚ ਚੱਲ ਕੇ ਇਹਨਾਂ ਦੇ ਆ ਗਿਆ। ਦੇ ਦਿਲਾਸਾ ਤੁਸ ਕੈ। ਦਿਲਾਸਾ ਧੀਰਜ ਦਿੱਤਾ, ਪ੍ਰਸੰਨ ਹੋ ਕੇ ਕਹੇ ਬੀਬੀ ਇਹ ਕਥਾ ਦਾ ਜੇ ਮੱਧ ਹੋਇਆ ਹੈ। ਜਿਹਨੇ ਭਗਤ ਬੇਣੀ ਜੀ ਕਹਿ ਕੇ ਜਾਂਦਾ ਸੀ ਉਹ ਬਚਨ ਪੂਰਾ ਕੀਤਾ। ਜਿਸ ਵੇਲੇ ਭੋਗ ਪਵੇਗਾ ਹੋਰ ਬਹੁਤ ਸਾਰੀਆਂ ਚੀਜ਼ਾਂ ਦਿਆਂਗੇ। ਉਦੋਂ ਅਣਗਿਣਤ ਖਰਚ ਘਿਓ ਖੰਡ ਆਦਿਕ ਜਿੰਨੀ ਰਸ ਦੀ ਲੋੜ ਸੀ ਅਣਗਿਣਤ ਪਹੁੰਚਾ ਗਏ। ਜੇ ਟੋਟ ਹੀ ਨਾ ਆਵੇ, ਸਾਰੀ ਉਮਰ ਮੁੱਕੇ ਹੀ ਨਾ, ਇੰਨਾ ਖਰਚ ਮਹਾਰਾਜ ਜੀ ਦੇ ਗਏ ਇਸ ਬੇਣੀ ਭਗਤ ਦੇ ਘਰ ਵਿੱਚ। ਉਸ ਵਕਤ ਰਾਜੇ ਦਾ ਰੂਪ ਧਾਰ ਕੇ ਆਪ ਜੀ ਕਹਿੰਦੇ ਸੀ ਵੀ ਰਾਜੇ ਦੇ ਘਰ ਕਥਾ ਕਰਨ ਜਾਂਦੇ ਆ। ਉਹ ਮਹਾਰਾਜ ਨੇ ਭਗਤ ਦਾ ਬਚਨ ਪੂਰਾ ਕਰਨ ਵਾਸਤੇ ਰਾਜੇ ਦਾ ਰੂਪ ਧਾਰ ਕੇ ਅਣਗਿਣਤ ਖਰਚੀ ਪਹੁੰਚਾਤੀ। ਦੇ ਦਿਲਾਸਾ ਤੁਸ ਕੈ। ਬਹੁਤ ਪ੍ਰਸੰਨ ਹੋ ਕੇ ਘਰ 'ਚ ਧੀਰਜ ਦਿੱਤਾ ਕਿ ਬੀਬੀ ਸਾਰੀਆਂ ਚੀਜ਼ਾਂ ਉਹਨਾਂ ਦੀ ਕਥਾ ਦੇ ਮੱਧ ਵਿੱਚੋਂ ਆਈਆਂ ਹਨ। ਅਣਗਿਣਤੀ ਖਰਚੀ ਪਹੁੰਚਾਵੈ। ਅਣਗਿਣਤੀ ਖਰਚੇ ਉਹ ਪਹੁੰਚਾਤਾ ਰਾਜਾ ਰੂਪ ਜਾਂ ਹੋ ਕੇ। ਮਹਾਰਾਜ ਸਾਹਿਬ ਦਾ ਦਲਿੱਦਰ ਝਾਗੇ ਬੇਣੀ ਭਗਤ ਦੇ ਘਰ ਦਾ। ਉਥੋਂ ਆਇਆ ਭਗਤ ਪਾਸ। ਫਿਰ ਜਿੱਥੇ ਭਗਤ ਬੈਠਾ ਸਿਮਰਨ ਕਰਦਾ ਸੀ ਉਜਾੜ ਵਿੱਚ, ਉੱਥੇ ਮਹਾਰਾਜ ਸਾਹਿਬ ਭਗਤ ਦੇ ਪਾਸ ਅੰਤਰਜਾਮੀ ਜੀ ਆ ਗਏ। ਹੋਏ ਦਿਆਲ ਹੇਤ ਉਪਜਾਵੈ। ਬਹੁਤ ਦਿਆਲੂ ਹੋ ਕੇ ਪਿਆਰ ਪੈਦਾ ਕੀਤਾ ਭਗਤ ਬੇਣੀ ਦੇ ਨਾਲ ਮਹਾਰਾਜ ਨੇ। ਭਗਤ ਜਨਾਂ ਜੈਕਾਰ ਕਰਾਵੈ। ਇੰਨਾ ਪਿਆਰ ਕੀਤਾ ਬੇਣੀ ਭਗਤ ਦਾ ਸਮਾਧ ਲੱਗੀ ਸੀ। ਆਪ ਨੇ ਗਲਪੜੀ ਪਾ ਕੇ ਜਿਸ ਵਕਤ ਹੱਥ ਲਾਏ ਉਸ ਵੇਲੇ ਚਿੱਤ ਦੇ ਅੰਦਰ ਐਸੀ ਮਹਿਕ ਤੇ ਖੁਸ਼ਬੂ ਤੇ ਸ਼ਾਂਤੀ ਪੈਦਾ ਹੋਈ। ਸਮਾਧ ਖੁੱਲੀ, ਬਾਹਰਲਾ ਰਸ ਵੇਖਣ ਵਾਲੇ ਝਾਕਿਆ ਤੇ ਮਹਾਰਾਜ ਦੀ ਬੁੱਕਲ ਵਿੱਚ ਸੀ ਉਸ ਵੇਲੇ। ਇਸ ਪ੍ਰਕਾਰ ਦਿਆਲੂ ਹੋ ਕੇ ਮਹਾਰਾਜ ਸਾਹਿਬ ਜੀ ਭਗਤ ਜਨਾਂ ਜੈਕਾਰ ਕਰਾਵੈ। ਇਉਂ ਪਿਆਰ ਕਰਕੇ ਭਗਤ ਦੇ ਤਾਂ ਹੀ ਮਿਲੇ ਮਹਾਰਾਜ ਸਾਹਿਬ। ਇਉਂ ਭਗਤਾਂ ਜਨਾਂ ਜੈ ਜੈਕਾਰ ਕਰਾਉਂਦੇ ਆ। ਬੇਣੀ ਭਗਤ ਨੂੰ ਬੇਣੀ ਕੋ ਗੁਰ ਕੀਓ ਪ੍ਰਗਾਸ, ਰੇਮਨ ਤੂੰ ਵੀ ਹੋ ਦਾਸ। ਬੇਣੀ ਦੀ ਭਗਤੀ ਵੇਖ ਕੇ ਸੱਚੇ ਪਾਤਸ਼ਾਹ ਨੂੰ ਕਿਰਪਾਲੂ ਹੋ ਕੇ ਭਗਤ ਬੇਣੀ ਨੂੰ ਮਹਾਰਾਜ ਨੇ ਮਿਲਿਆ ਸੀ ਆਪਦੇ ਚਰਨਾਂ 'ਚ। ਇਹਦਾ ਵਚਨ ਵੀ ਪੂਰਾ ਕੀਤਾ, ਘਰ 'ਚ ਖਰਚ ਵੀ ਸਾਰਾ ਬਹੁਤ ਪਹੁੰਚਾਤਾ ਤੇ ਨਾਲੇ ਬਾਹਰ ਆ ਕੇ ਦਰਸ਼ਨ ਵੀ ਇਸ ਨੂੰ ਦਿੱਤਾ। ਹੋਏ ਬਿਰਖਤ। ਇਹ ਜਿਸ ਬੇਣੀ ਭਗਤ ਦੀ ਬਾਣੀ ਆਉਂਦੀ ਹੈ ਉਸ ਬੇਣੀ ਭਗਤ ਦੀ ਇਹ ਕਥਾ ਕਹੀ ਹੈ। ਹੋਏ ਬਿਰਖਤ ਬਨਾਰਸੀ। ਹੁਣ ਰਾਮਾਨੰਦ ਜੀ ਦੀ ਕਥਾ ਸੁਣੋ। ਜਿਸ ਪ੍ਰਕਾਰ ਰਾਮਾਨੰਦ ਨਾਲ ਮਿਲ ਕੇ ਕਬੀਰ ਜੀ ਦਾ ਉਧਾਰ ਹੋਇਆ ਉਸ ਪ੍ਰਸੰਗ। ਹੋਏ ਬਿਰਖਤ ਬਨਾਰਸੀ। ਬਨਾਰਸ ਕਾਂਸੀ ਦੇ ਅੰਦਰ ਬਾਨਾਂ ਤੇ ਅਸੀਂ ਦੋ ਨਦੀਆਂ, ਉਹਨਾਂ ਦੇ ਵਿਚਾਲੇ ਸੰਨ ਵਿੱਚ ਹੋਣੇ ਕਰਕੇ ਬਨਾਰਸ ਕਾਂਸੀ ਦਾ ਨਾਮ ਮੁਸਲਮਾਨਾਂ ਨੇ ਪਾਇਆ। ਉਂਝ ਤਾਂ ਕਾਂਸੀ ਨਾਮ ਹੈ ਨਾ, ਅਤੇ ਕਾਂਸੀ ਦਾ ਬਨਾਰਸੀ ਨਾਮ ਅਕਬਰ ਵੇਲੇ ਬਾਦਸ਼ਾਹ ਤੋਂ ਮਗਰੋਂ ਪਿਆ ਹੈ, ਜਾਂ ਹੋਰ ਨਾ ਕਿਸੇ ਬਾਦਸ਼ਾਹ ਨੇ, ਸਲੀਮ ਸ਼ਾਹ ਨੇ ਜਾਂ ਸਿਕੰਦਰ ਲੋਧੀ ਆਦਿਕਾਂ ਨੇ ਪਾਇਆ ਹੈ। ਹੋਏ ਬਿਰਖਤ ਬਨਾਰਸੀ। ਬਨਾਰਸ ਦੇ ਵਿੱਚ ਬਾਨਾਂ ਤੇ ਸੀ ਜਿੱਥੇ ਦੋਵੇਂ ਨਦੀਆਂ ਕਾਂਸੀ ਦੇ ਵਿੱਚ ਬਰਾਗਤ ਹੋ ਕੇ ਘਰਵਾਰ ਤੋਂ ਅਤੀਤ ਹੋ ਕਰਕੇ ਰਹਿੰਦਾ ਰਾਮਾਨੰਦ ਗੁਸਾਈ। ਰਾਮਾਨੰਦ ਜੀ ਗੁਸਾਈ ਸਨ, ਬੈਰਾਗੀਆਂ ਦੇ ਗੁਰੂ ਸਨ। ਰਾਮਾਨੰਦ ਜੀ ਗੁਸਾਈ ਬਰਾਗੀ ਦਾ ਨਾਮ ਹੈ। ਬਰਾਗਵਾਨ ਹੋ ਕੇ ਬਰਾਗੀ ਗੁਸਾਈ ਰਾਮਾਨੰਦ ਜੀ ਰਹਿੰਦੇ ਸਨ। ਅੰਮ੍ਰਿਤ ਵੇਲੇ ਉੱਠ ਕੇ। ਇਹਦਾ ਇਹ ਸੁਭਾਅ ਸੀ ਤੜਕੇ ਪੈਰ ਦੇ ਉੱਠ ਕਰਕੇ ਜਾਂਦਾ ਗੰਗਾ ਨਹਾਵਣ ਤਾਈ। ਗੰਗਾ ਵਿੱਚ ਇਸ਼ਨਾਨ ਕਰਨ ਵਾਸਤੇ ਹਮੇਸ਼ਾ ਹੀ ਜਾਇਆ ਕਰਦਾ। ਅੱਗੋਂ ਹੀ ਦੇ ਜਾਏ ਕੇ। ਕਬੀਰ ਸਾਹਿਬ ਜੀ ਜਦੋਂ ਭਗਤੀ ਕਰਦੇ ਸਨ ਉਸ ਵੇਲੇ ਇੱਕ ਦਿਨ ਆਕਾਸ਼ਬਾਣੀ ਹੋਈ ਕਿ ਹੇ ਕਬੀਰ ਗੁਰੂ ਧਾਰਨ ਕਰ, ਗੁਰੂ ਧਾਰੇ ਤੋਂ ਬਗੈਰ ਪਰਮੇਸ਼ਰ ਦੀ ਭਗਤੀ ਸਫਲ ਹੀ ਨਹੀਂ ਤੈਨੂੰ ਹੋਵੇਗੀ। ਇਹ ਕਹਿਣ ਲੱਗੇ ਮਹਾਰਾਜ ਮੈਂ ਕਿਹਨੂੰ ਗੁਰੂ ਧਾਰਾਂ। ਉਸ ਵੇਲੇ ਆਕਾਸ਼ਬਾਣੀ ਕਹਿ ਰਾਮਾਨੰਦ ਨੂੰ ਗੁਰੂ ਧਾਰ ਲੈ। ਇਹ ਕਹਿਣ ਲੱਗਾ ਰਾਮਾਨੰਦ ਤਾਂ ਗਰੀਬਾਂ ਨੂੰ ਉਪਦੇਸ਼ ਨਹੀਂ ਦਿੰਦਾ, ਨੀਵੀਂ ਜਾਤ ਵਾਲਿਆਂ ਨੂੰ। ਕਹਿਣ ਲੱਗੇ ਰਾਮਾਨੰਦ ਦੇ ਤੂੰ ਰਾਹ ਵਿੱਚ ਇਸ਼ਨਾਨ ਕਰਨ ਵੇਲੇ ਪੈ ਜਾ ਕੇ, ਜੋ ਠੋਕਰ ਵੱਜੂਗੀ ਜਿਹੜਾ ਉਪਦੇਸ਼ ਦੇਵੇਗਾ ਉਹ ਧਾਰਨ ਕਰ ਲਈ। ਇਹ ਗੱਲ ਸੁਣ ਕਰਕੇ ਕਬੀਰ ਸਾਹਿਬ ਜੀ ਇੱਕ ਦਿਨ ਤੜਕੇ ਹੀ ਉੱਠ ਕੇ ਰਾਮਾਨੰਦ ਦੇ ਇਸ਼ਨਾਨ ਕਰਨ ਤੋਂ ਪਹਿਲਾਂ ਜਿੱਥੇ ਸਾਧ ਸਿੰਘ ਜੀ ਪੌੜੀਆਂ ਉਤਰਦੀਆਂ ਕਾਂਸੀ ਜੀ ਦੇ ਵਿੱਚ ਗੰਗਾ ਨੂੰ, ਉਸ ਪੌੜੀਆਂ ਦੇ ਇੱਕ ਪੌੜੀ ਦੇ ਉੱਤੇ ਜਾ ਕੇ ਪੈ ਗਏ। ਅੱਗੋਂ ਹੀ ਦੇ ਜਾਏ ਕੇ। ਅੱਗੋਂ ਹੀ ਰਾਮਾਨੰਦ ਦੇ ਆਉਣ ਤੋਂ ਜਾ ਕਰਕੇ ਕਬੀਰ ਜੀ ਲੰਮਾ ਪਿਆ ਕਬੀਰ ਤੇ ਥਾਂ। ਕਬੀਰ ਸਾਹਿਬ ਜੀ ਉਸ ਜਗ੍ਹਾ ਜਿੱਧਰੋਂ ਆ ਰਹੇ ਸੀ ਰਾਮਾਨੰਦ ਜੀ ਉਧਰ ਨੂੰ ਸਿਰ ਕਰਕੇ
ਲੰਮੇ ਪੈ ਗਏ। ਪੈਰੀ ਟੁੰਬ ਉਠਾਲਿਆ। ਜਦੋਂ ਰਾਮਾਨੰਦ ਜੀ ਥੱਲੇ ਉਤਰਨ ਲੱਗੇ ਪੌੜੀ 'ਚ ਰਸਤੇ 'ਚ ਇਹਨਾਂ ਦੀ ਖੜਾਉਂ ਦਾ ਠੇਡਾ ਵੱਜਾ। ਠੇਡਾ ਵੱਜਣ ਤੋਂ ਸਹਿਮ ਗਏ ਰਾਮਾਨੰਦ ਜੀ। ਸਹਿਮ ਕੇ ਹੱਥ ਨਾਲ ਸਿਰ ਪਕੜ ਕੇ ਕਹਿੰਦੇ ਰਾਮ ਕੇ ਰਾਮ ਕੋ, ਰਾਮ ਕੇ ਰਾਮ ਕੋ, ਇਉਂ ਕਹਿਣ ਲੱਗ ਗਏ। ਉਸ ਵੇਲੇ ਕਬੀਰ ਸਾਹਿਬ ਜੀ ਨੇ ਉਹੀ ਉਪਦੇਸ਼ ਧਾਰਨ ਕਰ ਲਿਆ ਰਾਮ ਰਾਮ ਦਾ। ਇਸ ਪ੍ਰਕਾਰ ਪੈਰੀ ਟੁੰਬ ਉਠਾਲਿਆ। ਪੈਰਾਂ ਦੇ ਠੇਡਾ ਵੱਜਣ ਤੋਂ ਟੁੰਬ ਕਰਕੇ ਉਠਾਲ ਲਿਆ ਕਬੀਰ ਜੀ ਨੂੰ। ਬੋਲੋ ਰਾਮ ਸਿੱਖ ਸਮਝਾਈ। ਇਹ ਸਿੱਖ ਸਮਝਾਈ ਰਾਮ ਕੇ ਰਾਮ ਕੋ, ਹੇ ਪਰਮੇਸ਼ਰ ਦੇ ਪਰਮੇਸ਼ਰ ਦਾ ਨਾਮ ਉਚਾਰ। ਜਿਉ ਲੋਹਾ ਪਾਰਸ ਛੋਹੇ। ਸਾਧ ਸੰਗਤ ਜੀ ਜਿਵੇਂ ਲੋਹਾ ਪਾਰਸ ਨਾਲ ਛੋਹ ਕਰਕੇ ਚੰਦਨ ਵਾਸ ਨਿੰਮ ਮਹਿਕਾਈ। ਜਿਵੇਂ ਪਾਰਸ ਨਾਲ ਲੋਹਾ ਛੋਹ ਕੇ ਕੰਚਨ ਬਣ ਜਾਂਦਾ ਹੈ, ਐ ਕਬੀਰ ਸਾਹਿਬ ਜੀ ਰਾਮਾਨੰਦ ਨਾਲ ਮਿਲ ਕੇ ਪਰਮੇਸ਼ਰ ਦੇ ਭਗਤ ਕੰਚਨ ਵਰਗੇ ਹੋ ਗਏ। ਜਿਵੇਂ ਨਿੰਮ ਵਿੱਚ ਚੰਨਣ ਦੀ ਮਹਿਕ ਪੈ ਕੇ ਖੁਸ਼ਬੂ ਆਉਣ ਲੱਗ ਜਾਂਦੀ ਹੈ ਚੰਨਣ ਦੀ, ਐ ਸਾਧ ਸੰਗਤ ਜੀ ਭਾਵੇਂ ਨੀਵੀਂ ਜਾਤ ਜੁਲਾਹਾ ਸੀ, ਪਰਮੇਸ਼ਰ ਦੀ ਭਗਤੀ ਦੀ ਮਹਿਕ ਚੰਨਣ ਦੀ ਨਿਆਈ ਇਹਦੇ ਚੋਂ ਨਿਕਲਣ ਲੱਗ ਗਈ। ਪਸ਼ੂ ਪ੍ਰੇਤਾਂ ਦੇਵ ਕਰ। ਵੇਖ ਲਓ ਜਿਵੇਂ ਪਸ਼ੂਆਂ ਨੂੰ ਤੇ ਪ੍ਰੇਤਾਂ ਨੂੰ ਦੇਵਤਾ ਬਣਾ ਦੇਵੇ, ਐ ਪਸ਼ੂਆਂ ਨੂੰ ਤੇ ਪ੍ਰੇਤਾਂ ਵਰਗੇ ਜਿਹੜੇ ਜੀਵ ਸੀ ਉਹਨਾਂ ਨੂੰ ਦੇਵਤਾ ਬਣਾ ਦੇਣ ਵਾਲੇ ਗੁਰੂ ਹਨ। ਪੂਰੇ ਸਤਿਗੁਰ ਦੀ ਇਹ ਵਡਿਆਈ। ਭਾਈ ਪੂਰੇ ਸਤਿਗੁਰੂ ਦੀ ਵਡਿਆਈ ਹੈ। ਅਸੀਂ ਬਖਸ਼ਿਸ਼ ਕੀਤੀ। ਗੁਰੂ ਨਾਨਕ ਸਾਹਿਬ ਇਹਨਾਂ ਨੂੰ ਮਿਲੇ ਫਿਰ ਜਿਸ ਵਕਤ ਪੰਚਕੋਸੀ ਤੋਂ ਕਬੀਰ ਸਾਹਿਬ ਜੀ ਦੀ 106 ਵਰ੍ਹੇ ਦੀ ਉਮਰ ਸੀ। ਜਦੋਂ ਆ ਰਹੇ ਸੀ ਸਾਰੇ ਭਗਤ ਗੁਰੂ ਸਾਹਿਬ ਨੂੰ ਕਾਂਸੀ 'ਚ ਮਿਲੇ। ਰਾਮਾਨੰਦ ਜੀ ਵੀ, ਸਾਰੇ ਕਬੀਰ ਨਾਮਦੇਵ ਜੀ ਵੀ, ਰਵਿਦਾਸ ਜੀ ਵੀ, ਇਹਨਾਂ ਸਾਰੇ ਭਗਤਾਂ ਨੂੰ ਇਕੱਠੇ ਵਿਦਿਆ ਕਰਨ ਮਾਰਨ ਚੱਲੇ ਸੀ। ਕਬੀਰ ਸਾਹਿਬ ਪੰਚਕੋਸੀ ਤੋਂ ਆ ਰਹੇ ਸੀ। ਭਾਈ ਗਿਆਨੀ ਗਿਆਨ ਸਿੰਘ ਵੀ ਤਵਾਰੀਖ 'ਚ ਲਿਖਿਆ ਤੇ ਭਾਈ ਲਹਿਣਾ ਸਿੰਘ ਵੀ ਤਵਾਰੀਖ 'ਚ ਲਿਖਿਆ ਹੋਇਆ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਪੰਚਕੋਸੀ ਤੋਂ ਇਹ ਵਿਦਿਆ ਹੋ ਕੇ ਆਇਆ, ਗੁਰੂ ਸਾਹਿਬ ਕਾਂਸੀ ਤੋਂ ਬਾਹਰ ਜਾ ਰਹੇ ਸੀ। ਸਾਰੇ ਭਗਤਾਂ ਦੇ ਸਮੇਤ ਜਦੋਂ ਮਹਾਰਾਜ ਗਏ, ਇੱਥੇ ਕਬੀਰ ਜੀ ਗੁਰੂ ਸਾਹਿਬ ਨੂੰ ਮਿਲੇ। ਕਬੀਰ ਨੂੰ ਗੁਰੂ ਸਾਹਿਬ ਦੇ ਚਰਨ ਪਰਸੇ। ਚਰਨ ਪਰਸ ਕੇ ਅੱਗੇ ਸਰਗੁਣ ਦਾ ਹੀ ਉਪਾਸਕ ਸੀ ਕਬੀਰ। ਉਦੋਂ ਨਿਰਗੁਣ ਸਰਗੁਣ ਆਪੇ ਸੋਈ ਦੀ ਏਕਤਾ ਪ੍ਰਾਪਤ ਕੀਤੀ। ਇਉਂ ਗੁਰੂ ਨਾਨਕ ਸਾਹਿਬ ਨੂੰ ਕਿਰਪਾ ਕੀਤੀ। ਪੂਰੇ ਸਤਿਗੁਰ ਦੀ ਇਹ ਵਡਿਆਈ। ਪਸ਼ੂਆਂ ਤੇ ਪ੍ਰੇਤਾਂ ਨੂੰ ਦੇਵਤੇ ਬਣਾ ਦੇਣਾ। ਜਿਨ ਮਾਨਸ ਤੇ ਦੇਵਤੇ ਕੇ ਕਰਤ ਨ ਲਾਗੀ ਵਾਰ। ਇਹ ਪੂਰਨ ਸਤਿਗੁਰਾਂ ਦੀ ਵਡਿਆਈ ਹੈ ਸਾਰੀ। ਅਚਰਜ ਨੂੰ ਅਚਰਜ ਮਿਲਾ। ਦੇਖ ਲਓ ਅਚਰਜ ਰੂਪ ਜੋ ਬ੍ਰਹਮ ਹੈ, ਉਸ ਵਿੱਚ ਅਚਰਜ ਰੂਪ ਹੋ ਕੇ ਜੀਵ ਮਿਲ ਜਾਂਦੇ ਹਨ। ਵਿਸਮਾਦੇ ਵਿਸਮਾਦ ਮਿਲਾਈ। ਅਚਰਜ ਰੂਪ ਜੋ ਮਹਾਰਾਜ ਸਾਹਿਬ ਦਾ ਤੁੰਗ ਪਦ ਦਾ ਲੱਖ ਅਰਥ ਹੈ, ਅਤੇ ਉਹ ਤੁੰਗ ਪਦ ਦਾ ਲੱਖ ਅਰਥ ਦਸਮਾਦ ਰੂਪ ਜੋ ਤਤ ਪਦ ਦਾ ਲੱਖ ਅਰਥ ਹੈ, ਉਹਦੇ ਜਿਵੇਂ ਜਲ 'ਚ ਜਲ ਮਿਲ ਜਾਂਦਾ ਉਹ ਮੇਲ ਦਿੱਤਾ। ਚਰਨਾ ਚਰਦਾ ਨਿਜ ਰਹਾ। ਬ੍ਰਹਮ ਗਿਆਨ ਦਾ ਝਰਨਾ ਇੱਕ ਰਸ ਗੁਰੂ ਸਾਹਿਬ ਦੀ ਰਸਨਾ ਤੋਂ ਝਰ ਰਿਹਾ ਹੈ। ਗੁਰਮੁਖ ਬਾਣੀ ਅਗੜ ਕਢਾਈ। ਸਤਿਗੁਰੂ ਗੁਰਮੁਖਾਂ ਦੇ ਗੁਰੂ ਜੋ ਮੁਖੀ ਹੈ, ਉਹਨਾਂ ਦੀ ਜਿਹੜੀ ਬਾਣੀ ਹੈ, ਕਲ ਵਿੱਚ ਗੁਰਮੁਖ ਪ੍ਰਗਟ ਹੋਆ। ਨਾ ਘੜਿਆ ਜਾਣ ਵਾਲਾ ਮਨ ਵੀ ਘੜ ਦਿੱਤਾ ਸੱਚੇ ਪਾਤਸ਼ਾਹ ਨੇ। ਐਸੀ ਕਿਰਪਾ ਕਰ ਦਿੱਤੀ। ਰਾਮ ਕਬੀਰਾ ਭੇਦ ਨਾ ਪਾਈ। ਇਹੋ ਜਿਹਾ ਕਬੀਰ ਨੂੰ ਬਣਾਤਾ। ਰਾਮ ਪਰਮੇਸ਼ਰ ਜੀ ਦੇ ਕਬੀਰ 'ਚ ਫਰਕ ਨਹੀਂ ਰਿਹਾ, ਇੱਕੋ ਹੀ ਰੂਪ ਹੋ ਗਏ ਮਹਾਰਾਜ ਤੇ ਪਰਮੇਸ਼ਰ ਦੇ ਭਗਤ ਕਬੀਰ ਜੀ। ਐਸੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਸੁਣ ਪ੍ਰਤਾਪ ਕਬੀਰ ਦਾ। ਇਹ ਕਬੀਰ ਸਾਹਿਬ ਦਾ ਐਸਾ ਤੇਜ ਪ੍ਰਤਾਪ ਸੁਣ ਕੇ ਕਿ ਰਾਮਾਨੰਦ ਨਾਲ ਮਿਲ ਕੇ ਕਬੀਰ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ। ਦੂਜਾ ਸਿੱਖ ਹੋਆ ਸੈਣ ਸੈਣ ਨਾਈ ਜਿਹੜਾ ਸੀ ਉਹ ਦੂਸਰਾ ਜਾ ਕੇ ਸਿੱਖ ਕਬੀਰ ਸਾਹਿਬ ਤੋਂ ਦੇ ਨਾਲ ਮਿਲ ਕੇ ਕਿ ਤੈਨੂੰ ਵਡਿਆਈ ਮਿਲੀ ਰਾਮਾਨੰਦ ਤੋਂ। ਰਾਮਾਨੰਦ ਜੀ ਦਾ ਜਾ ਸਿੱਖ ਹੋਇਆ, ਉਪਦੇਸ਼ ਲਿਆ ਰਾਮਾਨੰਦ ਤੋਂ। ਪ੍ਰੇਮ ਭਗਤ ਰਾਤੀ ਕਰੈ। ਇਹ ਸੈਣ ਭਗਤ ਰਾਤ ਨੂੰ ਪ੍ਰੇਮਾ ਭਗਤੀ ਕਰਿਆ ਕਰਦਾ ਹਮੇਸ਼ਾ। ਭਲਕੇ ਰਾਜ ਦੁਆਰੈ ਜਾਈ। ਹਮੇਸ਼ਾ ਲਈ ਸਵੇਰੇ ਉੱਠ ਕੇ ਰਾਜ ਦੁਆਰੇ ਜਾ ਕੇ ਰਾਜੇ ਦਾ ਇਸ਼ਨਾਨ ਕਰਾਇਆ ਕਰਦਾ, ਮੁੱਠੀ ਚਾਪੀ ਕਰਿਆ ਕਰਦਾ। ਰਾਜੇ ਨੂੰ ਰੋਗ ਸੀ ਕੋਈ ਸਰੀਰ 'ਚ, ਸਰੀਰ ਦੇ 'ਚੋਂ ਅਗਨੀ ਜੀ ਲੱਗੀ ਰਹਿੰਦੀ ਸੀ ਜਲਣ ਦਾ, ਉਹ ਸ਼ਾਂਤੀ ਨਹੀਂ ਸੀ ਆਉਂਦੀ। ਹੋਰ ਨੌਕਰ ਮੁੱਠੀ ਚਾਪੀ ਕਰਨ ਤਾਂ ਸ਼ਾਂਤੀ ਨਹੀਂ ਸੀ ਆਉਂਦੀ। ਸੈਣ ਭਗਤ ਜਦੋਂ ਹੱਥ ਲਾਇਆ ਕਰਦਾ ਰਾਜੇ ਨੂੰ ਸ਼ਾਂਤੀ ਆ ਜਾਇਆ ਕਰਦੀ। ਇਸ ਕਰਕੇ ਸੈਣ ਭਗਤ ਨੂੰ ਇਹਦੀ ਬਹੁਤੀ ਸੇਵਾ ਕਰਨੀ ਪੈਂਦੀ। ਇਸ ਪ੍ਰਕਾਰ ਇੱਕ ਦਿਨ ਦੀ ਗੱਲ ਹੈ, ਸੁਣੋ। ਆਏ ਸੰਤ ਪਰਾਹੁਣੇ। ਇੱਕ ਦਿਨ ਸੈਣ ਭਗਤ ਦੇ ਘਰ 'ਚ ਪ੍ਰਾਹੁਣੇ ਸੰਤ ਮਹਾਤਮਾ ਆ ਗਏ। ਕੀਰਤਨ ਹੋਆ ਰਹਿਣ ਸੁਭਾਈ। ਸਾਰੀ ਰਾਤ ਸੰਗਤ ਕੀਰਤਨ ਕਰਦੀ ਰਹੀ ਸੈਣ ਭਗਤ ਦੇ ਘਰ ਵਿੱਚ।
ਉਹਦੀ ਰਹਿਣ ਸਵਾਈ ਦੁਨੀਆ ਚੱਲੀ ਐ। ਛੱਡ ਨਾ ਸਕਾ ਸੰਤ ਜਨ, ਇਹ ਸੰਤਾਂ ਮਹਾਤਮਾ ਦੇ ਕੀਰਤਨ ਭਜਨ ਨੂੰ ਛੱਡ ਨਾ ਸਕਿਆ। ਸੈਣ ਭਗਤ ਨੂੰ ਕੋਲੇ ਰਹਿਣਾ ਪਿਆ ਸੰਗਤ ਵਿੱਚ। ਰਾਜ ਦੁਆਰ ਨਾ ਸੇਵ ਕਮਾਈ, ਉਦਣ ਰਾਜ ਦੁਆਰੇ ਜਾ ਕੇ ਟਹਿਲ ਨਾ ਕੀਤੀ, ਰਾਜੇ ਦੀ ਮੁੱਠੀ ਚਾਪੀ ਨਾ ਕੀਤੀ, ਇਸ਼ਨਾਨ ਨਾ ਕਰਾਇਆ। ਸੈਣ ਰੂਪ ਹਰ ਹੋਏ ਕੈ, ਮਹਾਰਾਜ ਸਾਹਿਬ ਨੇ ਕਿਹਾ ਕਿ ਮੇਰੇ ਭਗਤ ਦੀ ਨਿਰਾਦਰੀ ਨਾ ਇਹ ਕਰੇ ਰਾਜਾ। ਉਸ ਵੇਲੇ ਸੈਣ ਭਗਤ ਦਾ ਰੂਪ ਧਾਰ ਲਿਆ। ਆਇਆ ਰਾਣੇ ਨੂੰ ਰੀਝਾਈ, ਆਇਆ ਰਾਣੀ ਨੂੰ ਪ੍ਰਸੰਨ ਕਰ ਲਿਆ। ਹੱਥ ਲਾਉਣ ਨਾਲ ਹੀ ਸਾਰੀ ਬਿਮਾਰੀ ਚੱਕਤੀ ਰਾਜੇ ਦੀ। ਇਸ਼ਨਾਨ ਕਰਾ ਕੇ ਸਵੇਰੇ ਉਸ ਵੇਲੇ ਮਹਾਰਾਜ ਅਲੋਪ ਹੋ ਗਏ। ਸਾਧ ਜਨਾਂ ਨੂੰ ਵਿਦਾ ਕਰ, ਇਹ ਇੱਧਰ ਸੈਣ ਭਗਤ ਸੰਤਾਂ ਭਗਤਾਂ ਨੂੰ ਸਵੇਰ ਵੇਲੇ ਸੇਵਾ ਕਰਕੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਵਿਦਿਆ ਕਰਨ ਗਿਆ। ਜਦੋਂ ਵਿਦਿਆ ਕਰਕੇ ਗਿਆ ਰਾਜ ਦੁਆਰ ਗਿਆ ਸ਼ਰਮਾਈ, ਰਾਜੇ ਦੇ ਦਰਵਾਜ਼ੇ 'ਚ ਗਿਆ ਸ਼ਰਮ ਖਾ ਕੇ, ਮੇਰੇ ਤੇ ਰਾਜਾ ਨਾਰਾਜ਼ ਨਾ ਹੋਏ। ਉਸ ਵਕਤ ਰਾਣੇ ਦੂਰੋਂ ਸੱਦਕ, ਜਦੋਂ ਰਾਣੀ ਨੇ ਵੇਖਿਆ ਵੀ ਭਗਤ ਇਸ ਵਕਤ ਸੈਣ ਭਗਤ ਫੇਰ ਮੇਰੇ ਕੋਲੇ ਆ ਰਿਹਾ, ਦੂਰੋਂ ਬੁਲਾ ਕੇ ਸਭਾ ਵਿੱਚ ਬੈਠੇ ਨੇ। ਗਲਹੋਂ ਕਵਾਏ ਖੋਲ ਪੈ ਨਾ, ਕਹਿਣ ਲੱਗਾ ਵੀ ਮੈਂ ਤੈਨੂੰ ਰਾਜ ਦਿੱਤਾ ਆਪਣਾ, ਤੈਂ ਮੇਰਾ ਰੋਹ ਕੱਢ ਦਿੱਤਾ ਹੈ। ਗਲ ਦੇ ਵਿੱਚੋਂ ਜਿਹੜੀ ਕਵਾਲ ਸੀ ਪੁਸ਼ਾਕ ਰਾਜ ਦੀ, ਉਹ ਪੁਸ਼ਾਕ ਖੋਲ ਕੇ ਸਿਰੋਂ ਪਾਏ ਨੂੰ ਦੇਤਾ, ਪਹਿਨਾਤਾ ਕਿ ਲਓ ਰਾਜ ਦਾ ਮਾਲਕ ਤੂੰ ਹੈ। ਨਾਈਆਂ ਦਾ ਨਾਂ ਰਾਜੇ ਉਦੋਂ ਦਾ ਪਿਆ ਹੋਇਆ ਹੈ। ਸੈਣ ਭਗਤ ਨੂੰ ਰਾਜੇ ਨੇ ਰਾਜ ਦੇ ਦਿੱਤਾ ਸੀ ਇਸ ਰਾਣੇ ਨੇ। ਵਸ ਕੀਤਾ ਹਾਂ ਤੋਦੇ ਅੱਜ, ਸਾਰੇ ਲੋਕ ਵੇਖ ਕੇ ਹੈਰਾਨ ਹੋ ਗਏ। ਕਹਿਣ ਲੱਗੇ ਅੱਜ ਤਾਂ ਮੈਨੂੰ ਵਸ ਕਰ ਲਿਆ ਹੈ। ਬੋਲਾ ਰਾਜਾ ਸੁਣੈ ਲੋਕਾਈ, ਇਹ ਰਾਜਾ ਇਸ ਪ੍ਰਕਾਰ ਬਚਨ ਬੋਲਦਾ, ਸਾਰੇ ਲੋਕ ਲੁਕਾਈ ਸੁਣ ਰਹੇ ਹਨ। ਲੋਕੀ ਜਿੰਨੇ ਸਭਾ 'ਚ ਬੈਠੇ ਐ। ਪ੍ਰਗਟ ਕਰੈ ਭਗਤ ਉਸ ਵਡਿਆਈ, ਵੇਲੇ ਸੈਣ ਭਗਤ ਨੂੰ ਬੜਾ ਪਛਤਾਵਾ ਹੋਇਆ ਕਿ ਮੈਂ ਤਾਂ ਨਹੀਂ ਆਇਆ ਸੇਵਾ ਕਰਨ। ਇਹ ਕਹੇ ਤੂੰ ਮੇਰਾ ਹੁਣੇ ਰੋਗ ਗਵਾ ਕੇ ਗਿਆ, ਹੱਥ ਲਾ ਕੇ ਮੇਰੀ ਸਾਰੀ ਬਿਮਾਰੀ ਚੱਕਤੀ, ਮੇਰਾ ਇਸ਼ਨਾਨ ਕਰਾ ਕੇ ਗਿਆ। ਇਸ ਤਰ੍ਹਾਂ ਜਦੋਂ ਕਿਹਾ ਸੈਣ, ਉਸ ਵੇਲੇ ਤਖਤ ਤੇ ਬਿਠਾਤਾ ਰਾਜੇ ਨੇ। ਤਖਤ ਤੋਂ ਡਿੱਗਣ ਲੱਗਾ ਸੈਣ ਭਗਤ ਕੇ ਮੈਂ ਤਾਂ ਜਿਹੜਾ ਮੇਰਾ ਰੂਪ ਧਾਰ ਕੇ ਤੇਰੀ ਸੇਵਾ ਕਰਕੇ ਰਾਜੀ ਕਰ ਗਿਆ, ਮੈਂ ਉਹਦੇ ਦਰਸ਼ਨ ਕਰਨੇ ਆ। ਜਦੋਂ ਡਿੱਗਣ ਲੱਗਾ ਮਹਾਰਾਜ ਸਾਹਿਬ ਪ੍ਰਤੱਖ ਹੋ ਕੇ ਜੱਫੀ 'ਚ ਲੈ ਲਿਆ ਸੈਣ ਭਗਤ ਨੂੰ। ਸੈਣ ਭਗਤ ਨੂੰ ਕਹਿਣ ਲੱਗੇ ਕਿਉਂ ਤੈਨੂੰ ਰਾਜ ਮਿਲਿਆ, ਰਾਜ ਦਾ ਸੁੱਖ ਕਿਉਂ ਨਹੀਂ ਮਾਣਦਾ? ਕਹਿਣ ਲੱਗਾ ਮਹਾਰਾਜ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨੂੰ ਲਈਏ। ਜਿਹੜਾ ਮਹਾਰਾਜ ਤੁਹਾਡੀ ਸੇਵਾ ਭਗਤੀ ਸੁਖ ਹੈ, ਉਹ ਰਾਜ ਵਿੱਚ ਸੁਖ ਨਹੀਂ। ਇਉਂ ਮਾ ਕਹਿ ਕੇ ਸੈਣ ਭਗਤ ਨੂੰ ਮਹਾਰਾਜ ਸਾਹਿਬ ਜੀ ਨੂੰ ਗਲਪੜੀ 'ਚ ਲੈ ਕੇ ਕਿਹਾ ਕਿ ਸੈਣ ਭਗਤ, ਭਗਤਾਂ ਨੇ ਆਰਤੀ ਕੀਤੀ, ਮੇਰੀ ਆਰਤੀ ਕਰ। ਉਸ ਵੇਲੇ ਭਗਤ ਨੇ ਸ੍ਰੀ ਸੈਣ ਧੂਪਦੀਪ ਕਿਰਤ ਸਾਜ ਆਰਤੀ ਇਹ ਸ਼ਬਦ ਮਹਾਰਾਜ ਦੇ ਹਜ਼ੂਰ ਉਚਾਰਿਆ ਸੀ। ਇਸ ਪ੍ਰਕਾਰ ਪ੍ਰਗਟ ਕਰੇ ਭਗਤ ਵਡਿਆਈ। ਭਗਤ ਦੀ ਵਡਿਆਈ ਦੁਨੀਆ 'ਚ ਮਹਾਰਾਜ ਨੂੰ ਪ੍ਰਗਟ ਕੀਤੀ। ਸੈਣ ਦਾ ਰੂਪ ਧਾਰ ਕੇ ਰਾਜੇ ਦਾ ਰੋਗ ਮੇਟ ਕੇ ਭਗਤ ਭਗਤ ਜਗ ਵੱਜਿਆ, ਇਸੇ ਪ੍ਰਕਾਰ ਰਵਿਦਾਸ ਦੀ ਸੁਣੋ। ਕਹਿੰਦੇ ਭਗਤੀ ਕਰਨੇ ਕਰਕੇ ਭਗਤ ਜਗਤ ਵਿੱਚ ਵੱਜਿਆ ਪ੍ਰਗਟ ਹੋ ਗਿਆ। ਚਹੁੰ ਚੱਕਾਂ ਦੇ ਵਿੱਚ ਚਮਰੇਟਾ, ਚਮਰੇਟਾ ਚਮਿਆਰਾਂ ਦਾ ਲੜਕਾ, ਚੌਹਾਂ ਚੱਕਾਂ ਦੇ ਵਿੱਚ ਰਵਿਦਾਸ ਭਗਤ ਜੀ। ਪਾਣਾ ਗੰਢਾ ਰਾਹ ਵਿੱਚ, ਇਹ ਗੰਗਾ ਦੇ ਰਾਹ ਵਿੱਚ ਜੋੜੇ ਗੰਢਣ ਦਾ ਕੰਮ ਕਰਿਆ ਕਰਦਾ। ਕੁਲਾ ਧਰਮ ਢੋਏ ਢੋਰ ਸਮੇਟਾ, ਇਹਨਾਂ ਦੇ ਕੁਲ ਦਾ ਧਰਮ ਸੀ ਨਾ। ਉਸ ਵੇਲੇ ਢੋਰ ਪਸ਼ੂ ਜਿਹੜੇ ਸੀ ਸਮੇਟਣ ਵਾਸਤੇ, ਉਹਨਾਂ ਦੇ ਚਮੜਾ ਪੋਸ ਲਾਉਣ ਵਾਸਤੇ ਪਸ਼ੂਆਂ ਨੂੰ ਢੋਇਆ ਕਰਦੇ। ਇਹਨਾਂ ਦੇ ਕੁਲ ਦੇ ਜਾ ਕੇ ਢੇਟ ਵੰਟ ਜੋ ਬਨਾਰਸੀ ਆਸ-ਪਾਸ ਹੁਣ ਤੱਕ ਕਾਂਸੀ ਦੇ ਦਾਲੇ ਪਾਏ ਬਦਾਲੇ ਕਹਿੰਦੇ ਮੁਰਦਿਆਂ ਨੂੰ ਪਸ਼ੂਆਂ ਨੂੰ ਢੋਂਦੇ ਫਿਰਦੇ ਐ। ਉਹ ਕੁਝ ਇਹਨੂੰ ਕਰਨਾ ਪੈਂਦਾ ਸੀ। ਜਿਉਂ ਕਰ ਮੈਲੇ ਚੀਥੜੇ, ਸਾਧ ਸੰਗਤ ਜੀ ਜੀਵਨ ਇਹੋ ਜਿਹਾ ਸੀ ਰਵਿਦਾਸ ਦਾ, ਜਿਵੇਂ ਕੋਈ ਮੈਲੇ ਚੀਥੜੇ ਵਸਤਰ ਹੋਣ। ਹੀਰਾ ਲਾਲ ਅਮੋਲ ਪਲੇਟਾ, ਉਹਦੇ ਵਿੱਚ ਹੀਰਾ ਤੇ ਲਾਲ ਜਿਹੜਾ ਹੋਵੇ ਅਮੋਲ ਕੋ ਲਪੇਟ ਕੇ ਰੱਖਿਆ ਹੋਵੇ। ਐ ਭਾਵੇਂ ਚਮਿਆਰਿਆਂ ਦੇ ਘਰ ਹੀ ਜੰਮਿਆ ਸੀ, ਪਰ ਇਹਦਾ ਹੀਰਾ ਲਾਲ ਦੀ ਨਹੀਂ ਅਮੋਲਕ ਜੀਵਨ ਸੀ। ਇਹ ਲਪੇਟ ਕੇ ਇਸ ਚਮਿਆਰਾਂ ਦੇ ਪੁੱਤਰ ਦੇ ਹਿਰਦੇ 'ਚ ਮਾਰਨ ਭਗਤੀ ਲਾਲ ਪ੍ਰੇਮ ਤੇ ਹੀਰਾ ਨਾਮ ਲਪੇਟ ਕੇ ਰੱਖਿਆ ਸੀ। ਰਵਿਦਾਸ ਭਗਤ ਜੀ ਪਿਛਲੇ ਜਨਮ ਵਿੱਚ ਬ੍ਰਹਮਚਾਰੀ ਸਨ। ਇਹ ਰਾਮਾਨੰਦ ਜੀ ਦੀ ਸੇਵਾ ਕਰਿਆ ਕਰਦੇ। ਸੇਵਾ ਕਰਦਿਆਂ ਤੋਂ ਇੱਕ ਦਿਨ ਦੀ ਗੱਲ ਹੈ, ਸੰਤੋਖਾ ਨਾਵੇਂ ਉੱਥੇ ਸ਼ਾਹੂਕਾਰ ਸੀ ਇੱਕ, ਉਹ ਚਮਿਆਰ ਸੀ। ਇਹ ਠੇਕੇਦਾਰ ਸੀ। ਇਸ ਦੇ ਘਰ ਔਲਾਦ ਨਹੀਂ ਸੀ ਹੁੰਦੀ।
ਇਹ ਕਿਹਾ ਕਰਦਾ ਬ੍ਰਹਮਚਾਰੀਆਂ ਨੂੰ ਕਿ ਮੇਰੇ ਘਰੋਂ ਜੀ ਸਿੱਧਾ ਲਿਜਾਓ, ਰਾਮਾਨੰਦ ਨੂੰ ਛਕਾਓ। ਰਾਮਾਨੰਦ ਦਾ ਹੁਕਮ ਨਹੀਂ ਸੀ ਨੀਚ ਆਦਮੀ ਦੇ ਘਰੋਂ ਭੋਜਨ ਲਿਆਉਣ ਦਾ। ਉਸ ਦਿਨ ਇੱਕ ਦਿਨ ਬਾਹਲੀ ਵਰਖਾ ਪਈ, ਬਹੁਤ ਚਿੱਕੜ ਹੋ ਗਿਆ ਗਲੀਆਂ ਵਿੱਚ। ਚਿੱਕੜ ਹੋਣ ਤੋਂ ਕਬੀਰ ਸਾਹਿਬ ਜੀ ਤੇ ਨਾਮਦੇਵ ਜੀ ਤੇ ਰਵਿਦਾਸ ਤਿੰਨੇ ਬ੍ਰਹਮਚਾਰੀ ਦੇ ਰੂਪ ਵਿੱਚ ਉਸ ਵਕਤ ਜਦੋਂ ਭਿੱਖਿਆ ਲੈਣ ਵਾਸਤੇ ਗਏ, ਰਸਤੇ ਵਿੱਚ ਇਹਨੇ ਸੰਤੋਖੇ ਨੂੰ ਬੜੀ ਬੇਨਤੀ ਕੀਤੀ ਕਿ ਅੱਜ ਮੀਂਹ ਪੈਂਦਾ ਹੈ, ਮੇਰੇ ਘਰੋਂ ਹੀ ਅੰਨ ਲੈ ਜਾਓ। ਉਸ ਵੇਲੇ ਰਵਿਦਾਸ ਨੇ ਕਿਹਾ ਵੀ ਚਲੋ ਇਹਨਾਂ ਦੇ ਅੰਨ ਲੈ ਲਈਏ। ਕਬੀਰ ਤੇ ਨਾਮਦੇਵ ਵੀ ਅਨਸਾਰੀ ਹੋ ਗਏ। ਇਹ ਸਿੱਧਾ ਲੈ ਕੇ ਇਹਦੇ ਘਰੋਂ ਸੰਤੋਖੇ ਦੇ ਘਰ ਦਾ ਪ੍ਰਸ਼ਾਦਾ ਜਦੋਂ ਪਕਾ ਕੇ ਖਵਾਇਆ ਰਾਮਾਨੰਦ ਨੂੰ, ਰਾਮਾਨੰਦ ਦਾ ਸਮਾਧ ਨਾ ਲੱਗੇ, ਖੱਲਾਂ ਹੀ ਖੱਲਾਂ, ਕੁੰਨਾ ਹੀ ਕੁੰਨਾ ਦੱਸਣ। ਬੁਲਾ ਕੇ ਬ੍ਰਹਮਚਾਰੀਆਂ ਨੂੰ ਪੁੱਛਿਆ, ਕਹਿਣ ਲੱਗੇ ਦੱਸੋ ਬਈ ਇਹ ਕਿਹਦੇ ਘਰ ਦਾ ਅੰਨਾ ਜਿਵੇਂ ਨੂੰ ਖਵਾਇਆ? ਇਹਨਾਂ ਨੇ ਸੱਚ ਸੱਚ ਦੱਸਤਾ ਕਿ ਮਹਾਰਾਜ ਜੇ ਸੰਤੋਖਾ ਜਿਹੜਾ ਸ਼ਾਹੂਕਾਰ ਹੈ, ਜੋ ਠੇਕੇ ਦਾ ਕੰਮ ਕਰਦਾ ਹੈ, ਇਸ ਦੇ ਮਹਾਰਾਜਾ ਘਰ ਦਾ ਅੰਨ ਤੁਹਾਨੂੰ ਛਕਾਇਆ ਹੈ। ਕਹਿਣ ਲੱਗੇ ਪੁੱਛ ਕੇ ਆਓ ਉਹਨੂੰ ਕੀ ਸੰਕਲਪ ਹੈ। ਸੰਕਲਪ ਪੁੱਛਿਆ, ਕਹਿੰਦਾ ਜੀ ਮੇਰੇ ਘਰ 'ਚ ਔਲਾਦ ਨਹੀਂ ਹੈ, ਔਲਾਦ ਵਾਸਤੇ ਮੈਂ ਸੇਵਾ ਕੀਤੀ ਹੈ। ਉਸ ਵਕਤ ਰਾਮਾਨੰਦ ਜੀ ਨੇ ਗੁੱਸੇ ਹੋ ਕੇ ਕਿਹਾ ਮੈਂ ਤਾਂ ਨਹੀਂ ਪੁੱਤ ਬਣਨਾ ਹੁਣ। ਰਵਿਦਾਸ ਨੂੰ ਕਹਿਣ ਲੱਗਾ ਤੂੰ ਜਾ ਕੇ ਉਸ ਚਮਿਆਰੀ ਦੇ ਘਰ ਜਾਮੋ। ਇਹ ਨਾਮਦੇਵ ਨੂੰ ਸਰਾਫਤਾ ਵੀ ਜਾ ਤੂੰ ਸ਼ਿੰਬਿਆਂ ਦੇ ਘਰ ਜਾਮੋ। ਕਬੀਰ ਨੂੰ ਸਰਾਫਤਾ ਤੂੰ ਜੁਲਾਹਿਆਂ ਦੇ ਘਰ ਜਾਮੋ। ਇਹਨਾਂ ਨੇ ਕਿਹਾ ਜਨਮ ਬਾਬਾ ਤੇਰੇ ਕੇ ਅਸੀਂ ਧਾਰ ਲੈਂਦੇ ਹਾਂ, ਪਰ ਉਸੇ ਜਨਮ 'ਚ ਪਰਮੇਸ਼ਰ ਦੀ ਸਾਨੂੰ ਪ੍ਰਾਪਤੀ ਹੋ ਜਾਏ। ਇਹਨਾਂ ਨੇ ਕਿਹਾ ਰਾਮਾਨੰਦ ਨੇ ਅੱਛਾ ਉਸੇ ਜਨਮ 'ਚ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਤੇ ਤੁਹਾਨੂੰ ਜਨਮ ਜ਼ਰੂਰ ਧਾਰਨਾ ਪਊਏ, ਮੇਰਾ ਸਰਾਫ ਰਿਹਾ। ਇਉਂ ਸਾਧ ਸੰਗਤ ਜੀ ਰਵਿਦਾਸ ਭਗਤ ਜੀ ਤੇ ਨਾਮਦੇਵ ਜੀ ਸ਼ਿੰਬਿਆਂ ਦੇ ਘਰ ਜੰਮੇ, ਕਬੀਰ ਜੁਲਾਹਿਆਂ ਦੇ ਘਰ ਪੜਿਆ। ਇਹ ਹਾਲਤ ਹੋਈ ਉਹ ਰਾਮਾਨੰਦ ਦੇ ਸਰਾਫ ਕਰਕੇ। ਤੇ ਰਵਿਦਾਸ ਜੀ ਜਦੋਂ ਜੰਮਿਆ ਉਹ ਦੁੱਧ ਨਾ ਚੁੰਗੇ ਚਮਿਆਰੀ ਦਾ, ਰਾਮਾਨੰਦ ਨੇ ਆ ਕੇ ਗੁਰਮੰਤਰ ਦਿੱਤਾ, ਕਹਿੰਦੇ ਹੁਣ ਪਾਪ ਨਹੀਂ ਲੱਗਣ ਲੱਗਾ, ਚੁੰਗ ਲਾ ਦੁੱਧ। ਇਸ ਪ੍ਰਕਾਰ ਰਵਿਦਾਸ ਭਗਤ ਜੀ ਹੋਏ ਹਨ। ਇਹ ਰਾਮਾਨੰਦ ਦੇ ਸਰਾਫ ਕਰਕੇ ਹੀ ਬ੍ਰਹਮਚਾਰੀ ਜਿਹੜੇ ਸਨ ਪਹਿਲਾਂ, ਇਹਨਾਂ ਟੇਢਿਆਂ ਘਰਾਂ 'ਚ ਜਨਮ ਧਾਰਿਆ ਇਹਨਾਂ ਨੇ। ਜਿਉਂ ਕਰ ਮੈਲੇ ਚੀਥੜੇ, ਕਹਿੰਦੇ ਜਿਸ ਪ੍ਰਕਾਰ ਮੈਲੇ ਚੀਥੜੇ ਵਸਤਰ ਹੋਣ, ਹੀਰਾ ਲਾਲ ਅਮੋਲ ਪਲੇਟਾ। ਜਿਹੜਾ ਹੀਰਾ ਪਰਮੇਸ਼ਰ ਦਾ ਨਾਮ ਹੈ, ਲਾਲ ਪ੍ਰੇਮ ਅਮੋਲਕ ਲਪੇਟ ਕੇ ਇਹਨਾਂ ਦੇ ਸਰੀਰ 'ਚ ਰੱਖਿਆ ਸੀ ਮਹਾਰਾਜ ਨੇ। ਚਹੁ ਵਰਨਾ ਉਪਦੇਸ਼ ਦਾ, ਦੇਖ ਲਓ ਚੌਹਾਂ ਵਰਨਾਂ ਨੂੰ ਰਵਿਦਾਸ ਨੇ ਉਪਦੇਸ਼ ਦਿੱਤਾ। ਜਦੋਂ ਰਵਿਦਾਸ ਭਗਤ ਨੂੰ ਝਾਲਾਂ ਬਾਈ ਇੱਕ ਰਾਣੀ ਇਹਨਾਂ ਦੀ ਸੇਵਕਣ ਬਣ ਗਈ, ਉਹਨੇ ਜੱਗ ਕੀਤਾ ਤੇ ਕਾਂਸੀ 'ਚ ਆ ਕੇ ਰਵਿਦਾਸ ਜੀ ਨੂੰ ਕਿਹਾ ਮਹਾਰਾਜ ਮੇਰਾ ਜੱਗ ਤਾਂ ਸੰਪੂਰਨ ਹੋ, ਤੁਸੀਂ ਚਰਨ ਪਾਓ। ਰਵਿਦਾਸ ਨੇ ਕਿਹਾ ਜਾਤੀ ਮਾਨ ਵਾਲੇ ਬੀਬੀ ਸਾਡੇ ਤੇ ਦੇਖ ਕੇ ਨਫ਼ਰਤ ਕਰਨਗੇ। ਕਹਿੰਦੀ ਨਹੀਂ ਜੀ ਜ਼ਰੂਰ ਚੱਲੋ। ਰਵਿਦਾਸ ਜੀ ਉਹਦੇ ਪ੍ਰੇਮ ਕਰਕੇ ਚਲੇ ਗਏ। ਜਦੋਂ ਜਾ ਕੇ ਬੈਠੇ ਪੰਗਤ ਵਿੱਚ ਸਾਰੇ ਛੂਤ ਛੂਤ ਕਰਕੇ ਉੱਠ ਖੜੋਤੇ, ਅੰਨ ਛੱਡਤਾ। ਰਾਣੀ ਕਿਹਾ ਮਹਾਰਾਜ ਮੈਂ ਹੁਣ ਕਿਵੇਂ ਕਰਾਂ? ਇਹ ਰਵਿਦਾਸ ਨੇ ਕਿਹਾ ਰਾਣੀ ਇਹ ਸਾਨੂੰ, ਅਸੀਂ ਤੈਨੂੰ ਕਿਹਾ ਸੀ ਸਾਨੂੰ ਨਾ ਬੁਲਾ, ਇਹਨਾਂ ਸਾਡਾ ਪੜਛਾਇਆ ਪੈਣੇ ਕਰਕੇ ਇਹਨਾਂ ਨੇ ਕਿਹਾ ਪਿੱਟੇ ਗਏ। ਹੁਣ ਇਹਨੂੰ ਰਸ ਦੇ ਦੇ, ਕਹਿੰਦੇ ਮੇਰੇ ਵਾੜੇ 'ਚ ਹੀ ਸਾਰੇ ਰੋਟੀ ਪਾਣੀ ਬਣਾ ਕੇ ਖਾਣ। ਜਦੋਂ ਇਹ ਸਾਧ ਸੰਗਤ ਜੀ ਰਸ ਰਾਣੀ ਨੂੰ ਦੇਤੀ, ਆਪੋ ਆਪਣੀਆਂ ਰੋਟੀਆਂ ਪਕਾ ਕੇ ਲੱਗੇ ਖਾਣ। ਉਸ ਵੇਲੇ ਵਾਹਿਗੁਰੂ ਨੂੰ ਭਗਤ ਦੀ ਨਰਾਦਰੀ ਨਾ ਪਾਈ। ਇੱਕ ਬ੍ਰਹਮਚਾਰੀ ਇੱਕ ਬ੍ਰਾਹਮਣ ਦੇ ਉਦਾਲੇ ਦੋ ਦੋ ਰਵਿਦਾਸ ਦੇ ਰੂਪ ਧਾਰ ਕੇ ਮਹਾਰਾਜ ਬੈਠ ਗਏ। ਜਦੋਂ ਬੁਰਕੀ ਤੋੜਦੇ ਤਾਂ ਬੁਰਕੀ ਤੋੜਦੇ, ਜੇ ਮੂੰਹ 'ਚ ਪਾਉਂਦੇ ਤਾਂ ਮੂੰਹ 'ਚ ਪਾਉਂਦੇ ਹੈ। ਬਥੇਰਾ ਹੱਥ ਨਾਲ ਦੂਰ ਕਰਦੇ ਪਰ ਹੁੰਦੇ ਨਹੀਂ, ਆਕਾਰ ਦਿਸੀ ਜਾਂਦੇ, ਹੱਥ ਵਿੱਚ ਨਹੀਂ ਆਉਂਦੇ। ਉਸ ਵੇਲੇ ਸਾਰਿਆਂ ਨੂੰ ਮਾਣ ਛੱਡ ਕੇ ਰਵਿਦਾਸ ਚਮਾਰ ਉਸ ਕਰੇ ਚੌਥੇ ਪਾਤਸ਼ਾਹ ਲਿਖਿਆ ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉੱਤਮ ਪਿਆ ਚਾਰ ਵਰਨ ਪਏ ਪਗਾਏ। ਚਾਰੇ ਵਰਨਾਂ ਦੇ ਫਿਰ ਰਵਿਦਾਸ ਦੇ ਪੈਰੀ ਆ ਕੇ ਪੈ ਗਏ ਸੀ ਸਾਨੂੰ ਬਾਬਾ ਬਖਸ਼ਾ ਲੈ। ਉਦੋਂ ਰਵਿਦਾਸ ਜੀ ਦੇ ਇਉਂ ਪ੍ਰਤਾਪ ਹੋਇਆ ਸੀ। ਉਹ ਜ਼ਿਕਰ ਕੀਤਾ ਭਾਈ ਗੁਰਦਾਸ ਸਾਹਿਬ ਜੀ ਨੇ। ਚਹੁ ਵਰਨਾ ਉਪਦੇਸ਼ ਦਾ, ਚੌਹਾਂ ਵਰਨਾਂ ਨੂੰ ਉਪਦੇਸ਼ ਦਿੱਤਾ। ਰਵਿਦਾਸ ਜੀ ਨੇ ਕਹਿਣ ਲੱਗੇ ਗਿਆਨ ਧਿਆਨ ਕਰ ਭਗਤ ਸਹੇਟਾ। ਕਹਿੰਦੇ ਭਾਈ ਪਰਮੇਸ਼ਰ ਦਾ ਨਿਰਗੁਣ ਦਾ ਗਿਆਨ, ਸਰਗੁਣ ਦਾ ਧਿਆਨ ਅਤੇ ਪਰਮੇਸ਼ਰ ਦੀ ਭਗਤੀ ਦੇ ਸਹੇਟਾ ਮਲਾਪੀ ਬਣਾਤੇ। ਨਾਵਣ ਆਇਆ ਸੰਗ ਮਿਲ। ਇਸ ਪ੍ਰਕਾਰ ਇੱਕ ਦਿਨ ਦੀ ਗੱਲ ਹੈ, ਇੱਕ ਗੰਗਾ ਦੇ ਇਸ਼ਨਾਨ ਕਰਨ ਵਾਸਤੇ ਗੰਗਾ ਦਾ ਸੰਗ ਮਿਲ ਕੇ ਆਇਆ। ਬਨਾਰਸ ਕਰ ਗੰਗਾ ਥੇਟਾ। ਉਹਨਾਂ ਨੇ ਗੰਗਾ ਦੇ ਥਾਂ ਵਿੱਚ ਤੇ ਬਨਾਰਸੀ ਵਿੱਚ ਆਉਣ ਦਾ ਕੀਤਾ ਖਿਆਲ।
ਬਾਨਾਰਸ ਕਰ ਗੰਗਾ ਥਿਟ ਗੰਗਾ ਦੇ ਪੂਰਬ ਦਾ ਸਥਾਨ ਜਾਣ ਕਰਕੇ ਬਨਾਰਸ ਕਾਂਸੀ ਵਿੱਚ ਆਏ। ਕੱਢ ਕਸੀਰਾ ਸੌਂਪਿਆ। ਰਵਿਦਾਸ ਜੀ ਦੀ ਪਾਸ ਇਹ ਜੁੱਤਾ ਇੱਕ ਬ੍ਰਾਹਮਣ ਨੇ ਗੰਢਾਇਆ। ਉਹ ਕਹੇ ਕਿ ਮੈਂ ਜੀ ਦਿੱਤੇ ਬਿਨਾਂ ਮੇਰੀ ਯਾਤਰਾ ਨਹੀਂ ਸਫਲੀ ਹੋਣੀ। ਰਵਿਦਾਸ ਜੀ ਕਹਿਣ ਲੱਗੇ ਮੈਂ ਲੈਣੀ ਨਹੀਂ ਮਜ਼ਦੂਰੀ, ਤੁਸੀਂ ਯਾਤਰੂ ਆ, ਤੁਹਾਡੇ ਜੋੜੇ ਗੰਢੇ ਦਾ ਮੁੱਲ ਨਹੀਂ ਮੈਂ ਲੈਣਾ। ਉਹਨੇ ਕਿਹਾ ਮੈਂ 2 ਧੇਲੇ ਦੇਣੇ ਆ। ਇਸ ਪ੍ਰਕਾਰ ਰਵਿਦਾਸ ਜੀ ਨੇ ਉਹ ਜਿਹੜੇ ਬ੍ਰਾਹਮਣ ਧੇਲੇ ਦਿੱਤੇ ਸੀ ਜੁੱਤੀ ਗੰਢਾਈ ਦੇ, ਉਹ ਕਸੀਰਾ 2 ਧੇਲਿਆਂ ਦਾ ਨਾਮ ਹੈ। ਰਵਿਦਾਸ ਜੀ ਨੇ ਆਪਦੇ ਕੋਲੋਂ ਕੱਢ ਕੇ ਲੈ, ਕਹਿੰਦੇ ਉਹ ਗੰਗਾ ਜੀ ਨੂੰ ਮੇਰੀ ਇਹ ਭੇਟਾ ਦੇ ਦੇਣੀ, ਜੇ ਹੱਥ ਕੱਢ ਕੇ ਗੰਗਾ ਲਵੇ ਤਾਂ ਦੇਈ। ਉਹ ਬ੍ਰਾਹਮਣ ਨੂੰ ਕਹਿ ਕੇ ਦੇ ਦਿੱਤੀ। ਬ੍ਰਾਹਮਣ ਜਦੋਂ ਆਇਆ ਕੱਢ ਕਸੀਰਾ ਸੌਂਪਿਆ। ਕੱਢ ਕੇ ਕਸੀਰਾ 2 ਧੇਲੇ ਮੋਟੇ ਜੇ ਹੁੰਦੇ ਸਨ ਉਹ ਸੌਂਪ ਦਿੱਤੇ। ਰਵਿਦਾਸੇ ਗੰਗਾ ਦੀ ਭੇਟ। ਰਵਿਦਾਸ ਭਗਤ ਜੀ ਨੂੰ ਗੰਗਾ ਦੀ ਭੇਟ ਵਾਸਤੇ ਲੱਗਾ ਪੁਰਬ ਅਭੀਚ ਦਾ। ਅਭਿਜੀਤ ਨਛੱਤਰ ਗੰਗਾ ਦਾ ਜਨਮ ਜਦੋਂ ਹੁੰਦਾ 10ਵੀਂ ਥਿਤ ਹੋਵੇ, ਇਸ ਤਰ੍ਹਾਂ 10 ਪੁਰਬ ਬਣੇ ਹੋਏ ਹੋਣ, ਉਸ ਵਿੱਚ ਅਭਿਜੀਤ ਨਛੱਤਰ ਹੈ ਰਾਜਾ, ਉੱਥੇ ਜਾ ਕੇ ਪੈ ਜਾ। ਡਿਠਾ ਚਲਤ ਆਚਰਜ ਅਮੇਟਾ। ਉਸ ਵੇਲੇ ਅਚਰਜ ਵੇਖਿਆ ਮਿਟਣ ਤੋਂ ਰਹਿਤ। ਲਿਆ ਕਸੀਰਾ ਹੱਥ ਕੱਢ। ਉਸ ਵੇਲੇ ਗੰਗਾ ਨੇ ਆਪਣਾ ਚੂੜਾਮਣੀ ਵਾਲਾ ਹੱਥ ਕੱਢ ਕੇ ਕਸੀਰਾ ਜਿਹੜੇ ਧੇਲੇ ਦੋਤੇ ਸੀ ਲੈ ਲਿਆ। ਸੂਤ ਇੱਕ ਜਿਉ ਤਾਣਾ ਪੇਟਾ। ਇਉਂ ਸਾਧ ਸੰਗਤ ਜਿਵੇਂ ਤਾਣੇ ਪੇਟੇ ਸੂਤ ਇੱਕੋ ਹੁੰਦਾ, ਇਸ ਪ੍ਰਕਾਰ ਪਰਮੇਸ਼ਰ ਨੇ ਹਾਲਤ ਕੀਤੀ ਰਵਿਦਾਸ ਦੀ। ਭਗਤ ਜਨਾ ਹਰ ਮਾਂ ਪਿਓ ਬੇਟਾ। ਫਿਰ ਉਹ ਬ੍ਰਾਹਮਣ ਜਿਸ ਵਕਤ ਉਹ ਚੂੜਾਮਣੀ ਗਹਿਣਾ ਦਿੱਤਾ ਲੈ ਕੇ ਧੇਲੇ, ਉਹ ਬ੍ਰਾਹਮਣ ਨੇ ਲਾਲਚ ਕੀਤਾ। ਲਾਲਚ ਕਰਕੇ ਆਪਦੇ ਘਰ ਵਾਲੀ ਬਾਹਮਣੀ ਨੂੰ ਜਾ ਕੇ ਵਿਖਾਇਆ ਵੀ ਆ ਰਤਨਾ ਜੱਟ ਚੂੜੇ ਇੱਕ ਦਿੱਤਾ ਹੈ। ਉਹ ਬ੍ਰਾਹਮਣੀ ਲਾਲਚ ਕਰਕੇ ਕਹਿੰਦੀ ਮੈਨੂੰ ਦੇ ਦੇ ਇਹ। ਰਵਿਦਾਸ ਦੇ ਕੋਲੇ ਨਾ ਲੈ ਕੇ ਆਇਆ। ਉਹ ਜਿਸ ਵਕਤ ਚੂੜਾ ਬ੍ਰਾਹਮਣੀ ਲੈ ਲਿਆ, ਇਹ ਸੀ ਬ੍ਰਾਹਮਣ ਪ੍ਰੋਧ ਸੀ ਰਾਜੇ ਦਾ, ਉਹ ਰਾਣੀ ਦੇ ਕੋਲੇ ਪਾ ਕੇ ਲਗਈ ਮੈਨੂੰ ਇਹ ਗਹਿਣਾ ਸੋਹਣਾ ਮਿਲਿਆ ਹੈ। ਰਾਣੀ ਨੇ ਲਾ ਲਿਆ ਉਹਦਾ, ਕਹਿੰਦੀ ਇੱਕ ਹੋਰ ਲਿਆ ਨਹੀਂ ਤੈਨੂੰ ਕੈਦ ਕਰਾ ਦੂੰ। ਇਹਨੂੰ ਹੁਣ ਬਿਪਤਾ ਪੈ ਗਈ। ਉਸ ਵੇਲੇ ਬ੍ਰਾਹਮਣ ਨੂੰ ਕਹਿਣ ਲੱਗੀ ਆ ਕੇ, ਤੇ ਉਹ ਤਾਂ ਰਾਣੀ ਨੇ ਖੋਹ ਲਿਆ ਮੇਰੇ ਪਾਸੋਂ। ਰਾਣੀ ਕਹਿੰਦੀ ਇਹ ਨਾਲ ਦਾ ਹੋਰ ਲਿਆ। ਉਸ ਵਕਤ ਰਵਿਦਾਸ ਦੇ ਪੈਰੀਂ ਬ੍ਰਾਹਮਣ ਆ ਪਿਆ, ਕਹਿਣ ਲੱਗਾ ਮਹਾਰਾਜ ਮੈਨੂੰ ਬਖਸ਼ ਲਓ, ਮੈਂ ਗਲਤੀ ਕੀਤੀ ਹੈ, ਗਲਤੀ ਕੀਤੀ ਹੈ। ਕਹਿਣ ਲੱਗੇ ਕੀ ਗਲਤੀ ਕੀਤੀ ਹੈ? ਕਹਿੰਦੇ ਜੀ ਤੁਹਾਡੀ ਭੇਟਾ ਗੰਗਾ ਨੂੰ ਦਿੱਤੀ ਸੀ ਰਤਨਾ ਜੱਟ ਚੂੜਾ, ਉਹ ਮੈਂ ਆਪਣੀ ਬ੍ਰਾਹਮਣੀ ਨੂੰ ਦੇਤਾ, ਬ੍ਰਾਹਮਣੀ ਚਲੀ ਗਈ ਰਾਣੀ ਦੇ ਕੋਲੇ, ਰਾਣੀ ਨੂੰ ਖੋਹ ਲਿਆ, ਹੁਣ ਉਹ ਹੋਰ ਮੰਗਦੀ ਮੈਂ ਕਿੱਥੋਂ ਦੇਵਾਂ? ਰਵਿਦਾਸ ਕਹਿੰਦਾ ਜਾ ਗੰਗਾ ਦੇ ਜਲ ਦਾ ਘੜਾ ਭਰ ਲਿਆ। ਜੋ ਘੜਾ ਭਰ ਕੇ ਲਿਆਇਆ, ਉਸ ਵਿੱਚ ਉਸੇ ਤਰ੍ਹਾਂ ਗੰਗਾ ਨੂੰ ਬਾਂਹ ਕੱਢ ਕੇ ਦੂਸਰਾ ਚੂੜਾ ਮਣੀ ਦਾ ਜਿਹੜਾ ਸੀ ਦੇ ਦਿੱਤਾ। ਉਹ ਦੋਵੇਂ ਜੋ ਰਾਣੀ ਨੂੰ ਜਾ ਕੇ ਦਿੱਤੇ, ਰਾਣੀ ਸੇਵਕ ਬਣ ਗਈ, ਝਾਲਾਂ ਬਾਈ ਉਹ ਰਾਣੀ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਬ੍ਰਾਹਮਣ ਦਾ ਖੜਾ ਛੁਡਾਇਆ ਸੀ ਰਾਣੀ ਤੋਂ। ਸੂਤ ਇੱਕ ਜਿਉ ਤਾਣਾ ਪੇਟਾ। ਜਿਵੇਂ ਤਾਣੇ ਪੇਟੇ ਦਾ ਸੂਤ ਇੱਕ ਹੁੰਦਾ ਹੈ, ਉਹ ਮਹਾਰਾਜ ਸਾਹਿਬ ਆਪਦੇ ਭਗਤਾਂ ਦਾ ਸਹਾਇਕ ਹੈ। ਭਗਤ ਜਨਾ ਹਰ ਮਾਂ ਪਿਓ ਬੇਟਾ। ਭਗਤਾਂ ਜਿਹਨਾਂ ਦਾ ਹਰੀ ਮਾਤਾ ਪਿਤਾ ਦੀ ਨਿਆਈ ਹੈ, ਭਗਤ ਮਹਾਰਾਜ ਦੇ ਬੇਟੇ ਪੁੱਤਰਾਂ ਦੀ ਨਿਆਈ ਹਨ। ਲਿਆ ਕਸੀਰਾ ਹੱਥ ਕੱਢ। ਹੱਥ ਕੱਢ ਕਰ ਸੂਤ ਇੱਕ ਜਿਉ ਤਾਣਾ ਪੇਟਾ। ਭਗਤ ਜਨਾ ਹਰ ਮਾਂ ਪਿਓ ਬੇਟਾ। ਵਾਹਿਗੁਰੂ ਜੀ ਕਾ ਖਾਲਸਾ।